ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਮੈਂ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਕਲਾਸ +2 ਦਾ ਪਾਠ ਨੰਬਰ 8 ਸਮਝਾਉਣ ਜਾ ਰਿਹਾ ਹਾਂ। ਪਾਠ ਦਾ ਨਾਮ ਹੈ ਫੈਸਲਾ ਲੈਣ ਦੀ ਸਮਰੱਥਾ ਨਾਲ ਸੰਬੰਧਿਤ ਕਦਰਾਂ ਕੀਮਤਾਂ, ਵੈਲਿਊਜ਼ ਐਸੋਸੀਏਟਡ ਵਿਦ ਐਬਿਲਿਟੀ ਆਫ ਡਿਸੀਜ਼ਨ ਮੇਕਿੰਗ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦੇ ਨਾਮ ਦੇ ਅਰਥ ਦੱਸ ਦਿੰਦਾ ਹਾਂ। ਫੈਸਲਾ ਲੈਣ ਦੀ ਸਮਰੱਥਾ ਨਾਲ ਸੰਬੰਧਿਤ ਕਦਰਾਂ ਕੀਮਤਾਂ ਭਾਵ ਸਾਨੂੰ ਆਪਣੇ ਜੀਵਨ ਵਿੱਚ ਕੋਈ ਵੀ ਫੈਸਲਾ ਲੈਣ ਸਮੇਂ ਕਿਹੜੇ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਭਾਵ ਕਿ ਜਦੋਂ ਅਸੀਂ ਜ਼ਿੰਦਗੀ ਵਿੱਚ ਕੋਈ ਫੈਸਲਾ ਲੈਂਦੇ ਹਾਂ ਤਾਂ ਸਾਨੂੰ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਲੈਣਾ ਚਾਹੀਦਾ ਹੈ ਤਾਂ ਕਿ ਸਾਡਾ ਫੈਸਲਾ ਸਹੀ ਸਾਬਤ ਹੋ ਜਾਵੇ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਨਾਮ ਦੇ ਅਰਥ ਨੂੰ ਸਮਝ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਪਾਠ ਦਾ ਸਾਰਾਂਸ਼ ਭਾਵ ਨਿਚੋੜ ਸਮਝਾਵਾਂਗਾ। ਫਿਰ ਮੈਂ ਤੁਹਾਨੂੰ ਇਸ ਪਾਠ ਦੀ ਐਕਟੀਵਿਟੀਜ਼, ਪ੍ਰਸ਼ਨ ਉੱਤਰ ਆਦਿ ਸਭ ਸਮਝਾਵਾਂਗਾ। ਤਾਂ ਇਹੋ ਜਿਹੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਇਸ ਪਾਠ ਦੇ ਦੋ ਭਾਗ ਹਨ। ਭਾਗ ਊੜਾ ਆਤਮ ਵਿਸ਼ਵਾਸ ਅਤੇ ਸਿਰਜਣਾਤਮਕ ਸੋਚ, ਭਾਵ ਸਵੈ ਭਰੋਸੇ ਨਾਲ ਆਪਣੀ ਸੋਚ ਵਿੱਚ ਸਿਰਜਣਾਤਮਕਤਾ ਭਾਵ ਉਸਾਰੂ ਢੰਗ ਨੂੰ ਸ਼ਾਮਲ ਕਰਨਾ, ਭਾਵ ਆਪਣੇ ਆਪ ਤੇ ਆਤਮ ਨਿਰਭਰ ਹੋ ਕੇ ਭਵਿੱਖ ਲਈ ਰੂਪ ਰੇਖਾ ਤਿਆਰ ਕਰਨੀ। ਆਤਮ ਵਿਸ਼ਵਾਸ ਇੱਕ ਅਜਿਹਾ ਭਰੋਸਾ ਹੈ ਜਿਸ ਦੇ ਸਿਰ ਤੇ ਜ਼ਿੰਦਗੀ ਦੀ ਹਰ ਬਾਜੀ ਜਿੱਤੀ ਜਾ ਸਕਦੀ ਹੈ। ਇਸ ਭਾਗ ਵਿੱਚ ਗੁਰਦਾਸ ਮਾਨ, ਦਿਲਜੀਤ ਦੋਸਾਂਝ, ਸਤਿੰਦਰ ਸਰਤਾਜ, ਪਹਿਲਵਾਨ ਦਾਰਾ ਸਿੰਘ ਵਰਗੇ ਮਹਾਨ ਅਦਾਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਪਹਿਲਾਂ ਕੇਵਲ ਗਾਇਕ ਸਨ ਪਰ ਆਪਣੇ ਆਤਮ ਵਿਸ਼ਵਾਸ ਸਦਕਾ ਅਦਾਕਾਰ ਵੀ ਬਣ ਗਏ। ਦਾਰਾ ਸਿੰਘ ਤਾਂ ਪਹਿਲਵਾਨੀ ਤੋਂ ਅਦਾਕਾਰੀ ਵਿੱਚ ਆਇਆ ਸੀ। ਇਸ ਭਾਗ ਵਿੱਚ 5 ਕਿਰਿਆਵਾਂ ਹਨ। ਪਹਿਲੀ ਕਿਰਿਆ ਵਿੱਚ ਅਧਿਆਪਕ ਦੁਆਰਾ ਬੱਚਿਆਂ ਤੋਂ ਕੁਝ ਪ੍ਰਸ਼ਨ ਪੁੱਛੇ ਗਏ ਹਨ। ਦੂਸਰੀ ਕਿਰਿਆ ਵਿੱਚ ਖੁੱਲ੍ਹ ਕੇ ਹੱਸਣ ਦੀ ਅਦਾਕਾਰੀ ਕਰਨ ਬਾਰੇ ਦੱਸਿਆ ਗਿਆ ਹੈ। ਤੀਸਰੀ ਕਿਰਿਆ ਵਿੱਚ ਵਿਦਿਆਰਥੀ ਦੁਆਰਾ ਅਧਿਆਪਕ ਦੇ ਕਹਿਣ ਤੇ ਬਲੈਕ ਬੋਰਡ ਉੱਤੇ ਇੱਕ ਵਾਕ ਲਿਖ ਕੇ ਦੁਹਰਾਉਣ ਦੀ ਗੱਲ ਕਹੀ ਗਈ ਹੈ। ਚੌਥੀ ਕਿਰਿਆ ਵਿੱਚ ਚਿੜੀ ਉੱਡ ਕਾਂ ਉੱਡ ਖੇਡ ਦੇ ਲਾਭ ਦੱਸੇ ਗਏ ਹਨ ਅਤੇ ਪੰਜਵੀਂ ਕਿਰਿਆ ਵਿੱਚ ਕਿਤਾਬ ਖੋਲ੍ਹ ਕੇ ਪਹਿਲੀਆਂ 3 ਸਤਰਾਂ ਪੜ੍ਹਨ ਦੀ ਗੱਲ ਕੀਤੀ ਗਈ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਆਤਮ ਵਿਸ਼ਵਾਸ ਅਤੇ ਸਿਰਜਣਾਤਮਕ ਸੋਚ, ਸੈਲਫ ਕੌਨਫੀਡੈਂਸ ਐਂਡ ਕ੍ਰੀਏਟਿਵ ਥਿੰਕਿੰਗ ਭਾਗ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਭਾਗ 2 ਸਮੱਸਿਆ ਦਾ ਹੱਲ, ਪ੍ਰੋਬਲਮਸ ਐਂਡ ਸੋਲਿਊਸ਼ਨ, ਭਾਵ ਸਾਨੂੰ ਜ਼ਿੰਦਗੀ ਵਿੱਚ ਆਉਣ ਵਾਲੀ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਚਾਹੀਦਾ ਹੈ। ਇਸ ਭਾਗ ਵਿੱਚ ਦੱਸਿਆ ਗਿਆ ਹੈ ਕਿ ਸਾਨੂੰ ਮੁਸ਼ਕਲ ਸਮੇਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਸਿਰਜਣਾਤਮਕ ਸੋਚ ਨਾਲ ਕੱਢਣਾ ਜਾਂ ਲੱਭਣਾ ਚਾਹੀਦਾ ਹੈ। ਇਸ ਵਿੱਚ ਗੌਰਵ ਨਾਂ ਦੇ ਮੁੰਡੇ ਦੀ ਕਹਾਣੀ ਤੋਂ ਇਹ ਸਮਝਾਇਆ ਗਿਆ ਹੈ ਕਿ ਸਾਨੂੰ ਦੂਜਿਆਂ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਇਸ ਭਾਗ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਨੂੰ ਹਰੇਕ ਫੈਸਲਾ ਆਪਣੇ ਬਿਹਾਫ 'ਤੇ ਲੈਣਾ ਚਾਹੀਦਾ ਹੈ, ਭਾਵ ਕਿ ਆਪਣੀ ਸੋਚ ਸ਼ਕਤੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਭਾਗ ਵਿੱਚ 4 ਕਿਰਿਆਵਾਂ ਹਨ। ਪਹਿਲੀ ਕਿਰਿਆ ਵਿੱਚ ਸਮੱਸਿਆ ਨੂੰ ਹੱਲ ਕਰਨ ਦਾ ਢੰਗ ਦੱਸਿਆ ਗਿਆ ਹੈ। ਦੂਸਰੀ ਕਿਰਿਆ ਵਿੱਚ ਸਮੱਸਿਆ ਦਾ ਹੱਲ ਕਰਨ ਸਮੇਂ ਬੁੱਧੀ ਅਤੇ ਸਮਝਦਾਰੀ ਤੋਂ ਕੰਮ ਲੈਣ ਬਾਰੇ ਦੱਸਿਆ ਗਿਆ ਹੈ। ਤੀਸਰੀ ਅਤੇ ਚੌਥੀ ਕਿਰਿਆ ਵਿੱਚ 2 ਅਲੱਗ-ਅਲੱਗ ਸਮੱਸਿਆਵਾਂ ਹੱਲ ਕਰਨ ਲਈ ਦਿੱਤੀਆਂ ਗਈਆਂ ਹਨ ਜੋ ਵਿਦਿਆਰਥੀਆਂ ਨੇ ਆਪਣੀ ਸਮਝ ਨਾਲ ਹੱਲ ਕਰਨੀਆਂ ਹਨ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਨੰਬਰ 8 ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਅਤੇ ਇਸ ਦਾ ਸਾਰਾਂਸ਼ ਵੀ ਤੁਹਾਡੇ ਸਮਝ ਆ ਗਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਪਾਠ ਦੀਆਂ ਕਿਰਿਆਵਾਂ ਅਤੇ ਪ੍ਰਸ਼ਨ ਉੱਤਰ ਸਮਝਾਵਾਂਗਾ। ਪਹਿਲੀ ਕਿਰਿਆ ਰੋਜ਼ਾਨਾ ਦੀ ਤਰ੍ਹਾਂ ਜਮਾਤ ਲੱਗਦੀ ਹੈ। ਇਸ ਜਮਾਤ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਹਰ ਰੋਜ਼ ਪੜ੍ਹਾਏ ਜਾਣ ਵਾਲੇ ਵਿਸ਼ੇ ਦੀ ਚਰਚਾ ਕਰਨ ਨਾਲ ਇਸ ਵਿੱਚ ਵਿਦਿਆਰਥੀਆਂ ਦੀ ਇੱਛਾ ਦੇ ਅਨੁਰੂਪ ਕੁਝ ਕਾਰਜ ਕਰਵਾਏ ਜਾਣਗੇ ਜੋ ਅਧਿਆਪਕ ਦੁਆਰਾ ਪਹਿਲਾਂ ਹੇਠ ਲਿਖੇ ਅਨੁਸਾਰ ਪੁੱਛੇ ਗਏ ਪ੍ਰਸ਼ਨਾਂ ਨਾਲ ਸੰਬੰਧਿਤ ਹੋਣਗੇ। ਇਹਨਾਂ ਦੇ ਉੱਤਰ ਵੀ ਵਿਦਿਆਰਥੀ ਪੂਰੀ ਇਮਾਨਦਾਰੀ ਨਾਲ ਅਤੇ ਸਵੈ ਭੈ ਮੁਕਤ ਹੋ ਕੇ ਦੇਣਗੇ, ਭਾਵ ਕਿ ਵਿਦਿਆਰਥੀਆਂ ਨੇ ਆਪਣੇ ਬਿਹਾਫ 'ਤੇ ਨਿਡਰ ਹੋ ਕੇ ਇਹਨਾਂ ਦੇ ਜਵਾਬ ਦੇਣੇ ਹਨ। ਪ੍ਰਸ਼ਨ ਨੰਬਰ 1, ਕੀ ਤੁਸੀਂ ਫਿਲਮਾਂ, ਨਾਟਕਾਂ, ਗੀਤਾਂ ਦੇ ਫਿਲਮਾਂਕਣ ਆਪਣੇ ਟੀਵੀ ਉੱਤੇ ਦੇਖਦੇ ਹੋ, ਹਾਂ ਜਾਂ ਨਹੀਂ? ਤਾਂ ਦੋਸਤੋ, ਸਾਰੇ ਦੇ ਸਾਰੇ ਵਿਦਿਆਰਥੀ ਭਾਵੇਂ ਸਿਆਣੀ ਉਮਰ ਦੇ ਬੰਦੇ ਟੀਵੀ ਉੱਤੇ ਇਹਨਾਂ ਚੀਜ਼ਾਂ ਨੂੰ ਵੇਖਦੇ ਹਨ। ਤਾਂ ਇਮਾਨਦਾਰੀ ਨਾਲ ਇਸ ਦਾ ਜਵਾਬ ਬਣਦਾ ਹੈ ਹਾਂ, ਅਸੀਂ ਇਹ ਸਭ ਕੁਝ ਟੀਵੀ ਉੱਤੇ ਦੇਖਦੇ ਹਾਂ। ਪ੍ਰਸ਼ਨ ਨੰਬਰ 2, ਜਿਹੜੀਆਂ ਫਿਲਮਾਂ, ਨਾਟਕਾਂ, ਗੀਤਾਂ ਦੇ ਫਿਲਮਾਂਕਣ ਤੁਸੀਂ ਆਪਣੇ ਟੀਵੀ ਉੱਤੇ ਦੇਖਦੇ ਹੋ ਉਹਨਾਂ ਵਿੱਚੋਂ ਤੁਹਾਨੂੰ ਕਿਹੜਾ ਅਦਾਕਾਰ, ਨਾਇਕ, ਨਾਇਕਾ ਪਸੰਦ ਹੈ, ਭਾਵ ਕਿ ਤੁਹਾਨੂੰ ਕਿਹੜਾ ਹੀਰੋ, ਹੀਰੋਇਨ ਜਾਂ ਐਕਟਰ ਪਸੰਦ ਹੈ? ਤਾਂ ਤੁਸੀਂ ਆਪਣੇ ਮੁਤਾਬਕ ਕੁਝ ਵੀ ਭਰ ਸਕਦੇ ਹੋ। ਮੈਂ ਇੱਥੇ ਭਰਿਆ ਜੀ, ਮੈਨੂੰ ਪੰਜਾਬੀ ਕਲਾਕਾਰ ਤੇ ਅਦਾਕਾਰ ਗੁਰਦਾਸ ਮਾਨ ਸਭ ਤੋਂ ਚੰਗਾ ਲੱਗਦਾ ਹੈ। ਇੱਥੇ ਤੁਸੀਂ ਆਪਣੀ ਪਸੰਦ ਭਰ ਸਕਦੇ ਹੋ। ਪ੍ਰਸ਼ਨ ਨੰਬਰ 3, ਕੀ ਤੁਸੀਂ ਐਕਟਿੰਗ, ਅਦਾਕਾਰੀ ਕਰ ਸਕਦੇ ਹੋ, ਹਾਂ ਜਾਂ ਨਹੀਂ? ਤੁਸੀਂ ਆਪਣੇ ਮੁਤਾਬਕ ਹਾਂ ਜਾਂ ਨਾ ਭਰਨਾ ਹੈ। ਜ਼ਰੂਰੀ ਨਹੀਂ ਕਿ ਤੁਸੀਂ ਹਾਂ ਭਰੋਗੇ, ਜ਼ਰੂਰੀ ਨਹੀਂ ਕਿ ਤੁਸੀਂ ਨਹੀਂ ਭਰੋਗੇ, ਪਰੰਤੂ ਇੱਥੇ ਇੱਕ ਗੱਲ ਦੱਸਣੀ ਮੈਂ ਜ਼ਰੂਰੀ ਸਮਝਦਾ ਹਾਂ ਕਿ ਹਰੇਕ ਵਿਅਕਤੀ ਕਿਤੇ ਨਾ ਕਿਤੇ ਅਦਾਕਾਰ ਹੁੰਦਾ ਹੈ, ਕਿਉਂਕਿ ਇਹ ਜ਼ਿੰਦਗੀ ਇੱਕ ਰੰਗਮੰਚ ਹੈ ਅਤੇ ਅਸੀਂ ਰੋਜ਼ ਕੋਈ ਨਾ ਕੋਈ ਰੋਲ ਅਦਾ ਕਰਦੇ ਹਾਂ, ਭਾਵ ਕਿ ਕਦੇ ਅਸੀਂ ਹੱਸਦੇ ਹਾਂ, ਕਦੇ ਰੋਂਦੇ ਹਾਂ, ਕਦੇ ਪਛਤਾਉਂਦੇ ਹਾਂ, ਕਦੇ ਅਸੀਂ ਦੂਸਰਿਆਂ ਦੀ ਸੇਵਾ ਕਰਦੇ ਹਾਂ, ਕਦੇ ਅਸੀਂ ਨੱਚਦੇ ਹਾਂ, ਕਦੇ ਅਸੀਂ ਗਾਉਂਦੇ ਹਾਂ। ਤਾਂ ਇਹ ਸਾਰਾ ਕੁਝ ਇੱਕ ਤਰ੍ਹਾਂ ਦੀ ਅਦਾਕਾਰੀ ਹੀ ਹੁੰਦਾ ਹੈ। ਤਾਂ ਇਸ ਦਾ ਜਵਾਬ ਹਾਂ ਵੀ ਭਰ ਸਕਦੇ ਹੋ। ਪ੍ਰਸ਼ਨ ਨੰਬਰ 4, ਕੀ ਹਰ ਕੰਮ ਨੂੰ ਕਰਨ ਲਈ ਪਹਿਲਾ ਕਦਮ ਸ਼ੁਰੂਆਤ ਕਰਨੀ ਜਾਂ ਪਹਿਲਾ ਕਦਮ ਪੁੱਟਣਾ ਜ਼ਰੂਰੀ ਹੈ, ਹਾਂ ਜਾਂ ਨਹੀਂ?
ਤਾਂ ਇਸ ਦਾ ਉੱਤਰ ਹਾਂ ਬਣੇਗਾ। ਪਹਿਲਾ ਕਦਮ ਪੁੱਟਣ ਤੋਂ ਬਾਅਦ ਹੀ ਅਸੀਂ ਜ਼ਿੰਦਗੀ ਦੀ ਦੌੜ ਜਿੱਤ ਸਕਦੇ ਹਾਂ, ਤਾਂ ਇਸ ਦਾ ਜਵਾਬ ਹਾਂ ਭਰਨਾ ਹੈ। ਸੰਬੰਧਿਤ ਅਧਿਆਪਕ ਵਿਦਿਆਰਥੀ ਕੋਲੋਂ ਇਹ ਉੱਤਰ ਲੈ ਕੇ ਇਸ ਵਿਸ਼ੇ ਦੀ ਜਿਗਿਆਸਾ ਜਗਾਏਗਾ। ਸੁਭਾਵਕ ਹੈ ਕਿ ਉੱਤਰ ਹਾਂ ਜਾਂ ਨਹੀਂ ਦੇ ਰੂਪ ਵਿੱਚ ਭਿੰਨ-ਭਿੰਨ ਹੋਣਗੇ, ਭਾਵ ਕਿ ਕੁਝ ਵਿਦਿਆਰਥੀ ਹਾਂ ਦੇ ਵਿੱਚ ਜਵਾਬ ਦੇਣਗੇ ਅਤੇ ਕੁਝ ਨਹੀਂ ਦੇ ਵਿੱਚ ਦੇਣਗੇ। ਹਰੇਕ ਵਿਦਿਆਰਥੀ ਦਾ ਅਲੱਗ-ਅਲੱਗ ਜਵਾਬ ਹੋਵੇਗਾ। ਇਸ ਤੋਂ ਉਪਰੰਤ ਵਿਦਿਆਰਥੀਆਂ ਨੂੰ 4 ਸਮੂਹਾਂ ਵਿੱਚ ਵੰਡ ਕੇ ਹੇਠ ਲਿਖੀ ਅਦਾਕਾਰੀ ਇੱਕ ਮਿਸਾਲ ਵਜੋਂ ਸੰਬੰਧਿਤ ਕਿਰਿਆਵਾਂ ਜਮਾਤ ਦੀ ਸਮਾਂ ਸੀਮਾ ਅਨੁਸਾਰ ਕਰਵਾਈਆਂ ਜਾਣਗੀਆਂ, ਭਾਵ ਕਿ ਹੇਠ ਲਿਖੀਆਂ ਕਿਰਿਆਵਾਂ ਕਰਵਾਈਆਂ ਜਾਣੀਆਂ ਹਨ। ਇਸ ਵਿੱਚ ਪਹਿਲੀ ਕਿਰਿਆ ਹੈ ਜੀ ਦੂਸਰੀ ਕਿਰਿਆ ਖੁੱਲ੍ਹ ਕੇ ਹੱਸਣਾ। ਇਸ ਵਿੱਚ ਅਧਿਆਪਕ ਇੱਕ ਵਿਦਿਆਰਥੀ ਨੂੰ ਅੱਗੇ ਬੁਲਾਏਗਾ ਅਤੇ ਉਸ ਨੂੰ ਖੁੱਲ੍ਹ ਕੇ ਹੱਸਣ ਲਈ ਕਹੇਗਾ। ਉਸ ਨੂੰ ਵੇਖ ਕੇ ਦੂਜੇ ਵਿਦਿਆਰਥੀਆਂ ਨੂੰ ਵੀ ਹਾਸਾ ਆ ਸਕਦਾ ਹੈ, ਤਾਂ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ, ਸਗੋਂ ਹਰੇਕ ਨੂੰ ਆਪਣੀ ਹੀ ਅਦਾਕਾਰੀ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਵਿੱਚ ਅਧਿਆਪਕ ਇੱਕ ਨਿਰਦੇਸ਼ਕ ਦੀ ਤਰ੍ਹਾਂ, ਭਾਵ ਕਿ ਇੱਕ ਡਾਇਰੈਕਟਰ ਦੀ ਤਰ੍ਹਾਂ ਰੋਲ ਅਦਾ ਕਰੇਗਾ। ਤੀਸਰੀ ਕਿਰਿਆ ਬਲੈਕ ਬੋਰਡ ਉੱਤੇ ਇੱਕ ਵਾਕ ਲਿਖ ਕੇ ਸਾਰੀ ਜਮਾਤ ਵਿੱਚ ਬੋਲਣਾ, ਭਾਵ ਕਿ ਇਸ ਵਿੱਚ ਅਧਿਆਪਕ ਕਿਸੇ ਇੱਕ ਵਿਦਿਆਰਥੀ ਨੂੰ ਬੁਲਾਏਗਾ ਅਤੇ ਉਸ ਨੂੰ ਬਲੈਕ ਬੋਰਡ ਦੇ ਉੱਪਰ ਕੋਈ ਇੱਕ ਵਾਕ ਲਿਖ ਕੇ ਉਸ ਨੂੰ ਬੋਲਣ ਲਈ ਕਹੇਗਾ। ਜਿਵੇਂ ਇੱਥੇ ਲਿਖਿਆ ਹੈ, ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਹ ਪੜ੍ਹਾਂਗੇ ਕਿ ਅਸੀਂ ਪੱਕੇ ਇਰਾਦੇ ਨਾਲ ਹਰ ਕੰਮ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਇਸ ਵਾਕ ਨੂੰ ਪਹਿਲਾਂ ਜਿਹੜਾ ਵਿਦਿਆਰਥੀ ਖੜਾ ਹੈ ਉਹ ਬੋਲੇਗਾ ਅਤੇ ਪਿੱਛੇ ਬਾਕੀ ਵਿਦਿਆਰਥੀ ਵੀ ਇਸ ਨੂੰ ਰਿਪੀਟ ਕਰਨਗੇ। ਚੌਥੀ ਕਿਰਿਆ ਇੱਕ ਲੋਕ ਖੇਡ ਖੇਡਣੀ, ਚਿੜੀ ਉੱਡ ਕਾਂ ਉੱਡ। ਤਾਂ ਦੋਸਤੋ, ਤੁਸੀਂ ਇਹ ਖੇਡ ਬਚਪਨ ਵਿੱਚ ਜ਼ਰੂਰ ਖੇਡੀ ਹੋਏਗੀ ਜਾਂ ਹੁਣ ਵੀ ਤੁਸੀਂ ਖੇਡਦੇ ਹੋਵੋਗੇ। ਇਹ ਬਹੁਤ ਵਧੀਆ ਖੇਡ ਹੈ। ਇਸ ਵਿੱਚ ਅਸੀਂ ਬਹੁਤ ਜਲਦੀ ਸਹੀ ਅਤੇ ਗਲਤ ਡਿਸੀਜ਼ਨ ਲੈਣ ਬਾਰੇ ਸਿੱਖਦੇ ਹਾਂ, ਭਾਵ ਕਿ ਜੇਕਰ ਅਸੀਂ ਆਪਣਾ ਡਿਸੀਜ਼ਨ ਗਲਤ ਕਰ ਦਿੰਦੇ ਹਾਂ ਤਾਂ ਅਸੀਂ ਗਲਤ ਪੋਜੀਸ਼ਨ 'ਤੇ ਉਂਗਲ ਚੱਕ ਲੈਂਦੇ ਹਾਂ, ਜਿਸ ਸਮੇਂ ਅਸੀਂ ਹਾਰ ਜਾਂਦੇ ਹਾਂ। ਪਰੰਤੂ ਜੇਕਰ ਅਸੀਂ ਫੈਸਲਾ ਸਹੀ ਲੈਂਦੇ ਹਾਂ ਤਾਂ ਅਸੀਂ ਖੇਡ ਨੂੰ ਜਿੱਤ ਜਾਂਦੇ ਹਾਂ। ਇਸ ਕਿਰਿਆ ਦੇ ਨਾਲ ਅਸੀਂ ਗਲਤ ਅਤੇ ਸਹੀ ਫੈਸਲਾ ਸਹੀ ਸਮੇਂ 'ਤੇ ਲੈਣਾ ਸਿੱਖਦੇ ਹਾਂ। ਪੰਜਵੀਂ ਕਿਰਿਆ ਕਿਸੇ ਵੀ ਵਿਸ਼ੇ ਦੀ ਕਿਤਾਬ ਖੋਲ੍ਹ ਕੇ ਉਸ ਦੀਆਂ 3 ਸਤਰਾਂ ਪੜ੍ਹਨੀਆਂ, ਭਾਵ ਕਿ ਇਸ ਵਿੱਚ ਅਧਿਆਪਕ ਕਿਸੇ ਵਿਦਿਆਰਥੀ ਨੂੰ ਬੁਲਾਏਗਾ ਅਤੇ ਉਸ ਨੂੰ ਕਿਤਾਬ ਦਾ ਕੋਈ ਵੀ ਪੰਨਾ ਕੱਢ ਕੇ ਉਸ ਵਿੱਚੋਂ 3 ਸਤਰਾਂ ਪੜ੍ਹਨ ਲਈ ਕਹੇਗਾ। ਇਸ ਤਰ੍ਹਾਂ ਬੱਚਾ ਜਿਹੜਾ ਹੈ ਇੱਕ ਅਦਾਕਾਰੀ ਕਰਨ ਦੀ ਕੋਸ਼ਿਸ਼ ਕਰੇਗਾ, ਭਾਵ ਕਿ ਇੱਕ ਅਦਾਕਾਰ ਦੀ ਤਰ੍ਹਾਂ ਰੋਲ ਅਦਾ ਕਰੇਗਾ। ਇਹ ਕਿਰਿਆ ਅਸਲ ਵਿੱਚ ਵਿਦਿਆਰਥੀ ਦੇ ਅਧਿਆਪਕ ਬਣਨ ਦੀ ਅਦਾਕਾਰੀ ਨਾਲ ਹੀ ਸੰਬੰਧਿਤ ਹੋਵੇਗੀ, ਭਾਵ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੇ ਵੀ ਅਧਿਆਪਕ ਬਣਨਾ ਹੈ ਤਾਂ ਉਹ ਆਪਣੇ ਇਸ ਰੋਲ ਨੂੰ ਜਾਂ ਇਸ ਕਿੱਤੇ ਨੂੰ ਕਿਵੇਂ ਨਿਭਾਉਣਗੇ, ਇਹ ਅਸੀਂ ਸਿੱਖ ਸਕਦੇ ਹਾਂ। ਹੁਣ ਅਸੀਂ ਵਰਕਸ਼ੀਟ ਪੂਰੀ ਕਰਾਂਗੇ। ਪ੍ਰਸ਼ਨ ਨੰਬਰ 1, ਤੁਹਾਡੇ ਸਮੂਹ ਵੱਲੋਂ ਕਿਹੜੀਆਂ ਅਦਾਕਾਰੀਆਂ ਕੀਤੀਆਂ ਗਈਆਂ, ਭਾਵ ਕਿ ਤੁਹਾਡੇ ਸਮੂਹ ਨੇ ਕਿਹੜੇ ਰੋਲ ਅਦਾ ਕੀਤੇ। ਤਾਂ ਤੁਸੀਂ ਕੁਝ ਵੀ ਭਰ ਸਕਦੇ ਹੋ ਜੋ ਅਸੀਂ ਉੱਤੇ ਪੜ੍ਹ ਕੇ ਆਏ ਹਾਂ, ਜਿਵੇਂ ਕਿ ਖੁੱਲ੍ਹ ਕੇ ਹੱਸਣ ਦੀ, ਬਲੈਕ ਬੋਰਡ ਉੱਤੇ ਪੜ੍ਹਾਉਣ ਦੀ, ਸਤਰਾਂ ਪੜ੍ਹਨ ਦੀ, ਚਿੜੀ ਉੱਡ ਕਾਂ ਉੱਡ ਖੇਡਣ ਦੀ। ਤਾਂ ਤੁਸੀਂ ਆਪਣੀ ਸਮਝ ਨਾਲ ਕੁਝ ਵੀ ਭਰ ਦਿਓ। ਪ੍ਰਸ਼ਨ ਨੰਬਰ 2, ਸਮੂਹ ਦੁਆਰਾ ਕੀਤੀ ਗਈ ਅਦਾਕਾਰੀ ਦਾ ਹੇਠ ਲਿਖੇ ਅਨੁਸਾਰ ਸਹੀ ਮਿਲਾਨ ਕਰੋ, ਭਾਵ ਕਿ ਅਲੱਗ-ਅਲੱਗ ਸਮੂਹਾਂ ਦੁਆਰਾ ਜਿਹੜੀ ਅਦਾਕਾਰੀ ਕੀਤੀ ਗਈ ਸੀ ਜੀ, ਉਹਨਾਂ ਦਾ ਮਿਲਾਨ ਕਰਨਾ ਹੈ ਜੀ। ਸਮੂਹ 1 ਦੁਆਰਾ ਤਾਂ ਸਮੂਹ 1 ਨੇ ਖੁੱਲ੍ਹ ਕੇ ਹੱਸਣ ਦੀ ਕਿਰਿਆ ਕੀਤੀ ਸੀ। ਸਮੂਹ 2 ਬਲੈਕ ਬੋਰਡ ਉੱਤੇ ਪੜ੍ਹਾਈ ਕਰਾਉਣ ਦੀ ਕੀਤੀ ਸੀ। ਸਮੂਹ 3 ਲੋਕ ਖੇਡ ਚਿੜੀ ਉੱਡ ਕਾਂ ਉੱਡ ਖੇਡਣ ਦੀ ਕੀਤੀ ਸੀ। ਸਮੂਹ 4 3 ਸਤਰਾਂ ਪੜ੍ਹਨ ਦੀ। ਤਾਂ ਮੈਂ ਇੱਥੇ ਐਰੋ ਨਾਲ ਵੀ ਮਿਲਾ ਦਿੱਤੇ ਹਨ ਅਤੇ ਨੰਬਰਿੰਗ ਵੀ ਕਰ ਦਿੱਤੀ ਹੈ, ਤਾਂ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣੇ ਹਨ। ਪ੍ਰਸ਼ਨ ਨੰਬਰ 3, ਹੇਠ ਲਿਖੀ ਤੁਕ ਦੀ ਢੁਕਵੇਂ ਸ਼ਬਦ ਨਾਲ ਖਾਲੀ ਥਾਂ ਭਰੋ। ਸਾਡੀ ਜਮਾਤ ਵਿੱਚ ਅਦਾਕਾਰੀ ਦਾ ਅੱਜ ਦਾ ਇਹ ਪਹਿਲਾ ਡੈਸ਼ ਸੀ, ਸਫ਼ਰ, ਕਦਮ ਜਾਂ ਢੰਗ। ਤਾਂ ਇੱਥੇ ਕਦਮ ਭਰਿਆ ਜਾਵੇਗਾ। ਪ੍ਰਸ਼ਨ ਨੰਬਰ 4, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਵੀ ਆਪਣੇ ਦ੍ਰਿੜ ਇਰਾਦੇ ਨਾਲ ਅਦਾਕਾਰੀ ਕਰ ਸਕਦਾ ਹਾਂ ਜਾਂ ਸਕਦੀ ਹਾਂ, ਹਾਂ ਜਾਂ ਨਹੀਂ, ਭਾਵ ਕਿ ਤੁਸੀਂ ਆਪਣੇ ਬਿਹਾਫ 'ਤੇ ਦੱਸਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਦਾਕਾਰੀ ਕਰ ਸਕਦੇ ਹੋ। ਤਾਂ ਮੈਂ ਇਸ ਦਾ ਉੱਤਰ ਭਰਿਆ ਜੀ ਹਾਂ, ਕਿਉਂਕਿ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਅਦਾਕਾਰੀ ਹੀ ਕਰਦੇ ਹਾਂ, ਭਾਵ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜਦੋਂ ਅਸੀਂ ਹੱਸਦੇ ਹਾਂ, ਕਦੇ ਅਸੀਂ ਰੋਂਦੇ ਹਾਂ, ਕਦੇ ਅਸੀਂ ਅਧਿਆਪਕ ਦੇ ਅੱਗੇ ਜਾ ਕੇ ਕੌਨਫੀਡੈਂਸ ਦੇ ਨਾਲ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਾਂ। ਕਈ ਵਾਰ ਅਸੀਂ ਝੂਠੇ ਬਹਾਨੇ ਬਣਾ ਕੇ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਮਾਤਾ ਪਿਤਾ ਦੇ ਨਾਲ ਵੀ ਕਈ ਵਾਰ ਅਸੀਂ ਗੱਲ ਕਰਦੇ ਹੋਏ ਬਹਾਨੇ ਵੀ ਬਣਾਉਂਦੇ ਹਾਂ। ਤਾਂ ਇਹ ਵੀ ਇੱਕ ਤਰ੍ਹਾਂ ਦੀ ਅਦਾਕਾਰੀ ਹੁੰਦੀ ਹੈ ਕਿ ਅਸੀਂ ਆਪਣੇ ਸੱਚ ਜਾਂ ਝੂਠ ਰੋਲ ਦੇ ਨਾਲ ਦੂਜੇ ਬੰਦੇ ਨੂੰ ਵਿਸ਼ਵਾਸ ਕਰਾ ਦਿੰਦੇ ਹਾਂ ਕਿ ਅਸੀਂ ਜੋ ਵੀ ਬੋਲ ਰਹੇ ਹਾਂ ਉਹ ਸੱਚ ਬੋਲ ਰਹੇ ਹਾਂ। ਪ੍ਰਸ਼ਨ ਨੰਬਰ 5, ਚਿੜੀ ਉੱਡ ਕਾਂ ਉੱਡ ਲੋਕ ਖੇਡ ਵਿੱਚ ਕੀ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਲਈ ਸਹੀ ਮੌਕੇ 'ਤੇ ਸਵੈ ਭਰੋਸੇ ਨਾਲ ਸਹੀ ਫੈਸਲੇ ਕਰਨ ਦਾ ਅਹਿਸਾਸ ਹੋਇਆ ਸੀ, ਹਾਂ ਜਾਂ ਨਹੀਂ। ਤਾਂ ਉੱਤਰ ਬਣਦਾ ਹਾਂ, ਕਿਉਂਕਿ ਗਲਤ ਸਮੇਂ 'ਤੇ ਲਿਆ ਗਿਆ ਫੈਸਲਾ ਹਾਰ ਦਾ ਕਾਰਨ ਬਣਦਾ ਹੈ, ਭਾਵ ਕਿ ਜੇਕਰ ਅਸੀਂ ਗਲਤ ਫੈਸਲਾ ਲੈ ਲੈਂਦੇ ਹਾਂ ਤਾਂ ਅਸੀਂ ਹਾਰ ਜਾਂਦੇ ਹਾਂ, ਪਰੰਤੂ ਜੇਕਰ ਅਸੀਂ ਸਹੀ ਫੈਸਲਾ ਲੈਂਦੇ ਹਾਂ ਤਾਂ ਅਸੀਂ ਜਿੱਤ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਸਹੀ ਸਮੇਂ 'ਤੇ ਸਹੀ ਫੈਸਲਾ ਲੈਣ ਬਾਰੇ ਸਿੱਖਿਆ ਹੈ। ਇਹਨਾਂ ਸਾਰੀਆਂ ਕਿਰਿਆਵਾਂ ਰਾਹੀਂ ਸੰਬੰਧਿਤ ਅਧਿਆਪਕ ਸਮੂਹ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਨਾਲ ਕੋਈ ਵੀ ਕਾਰਜ ਕਰਨ ਦੀ ਸਕਾਰਾਤਮਕ ਪ੍ਰੇਰਣਾ ਦੇਵੇਗਾ, ਭਾਵ ਕਿ ਸਾਰੀਆਂ ਕਿਰਿਆਵਾਂ ਕਿਤੇ ਨਾ ਕਿਤੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਤਮ ਨਿਰਭਰ ਹੋ ਕੇ ਫੈਸਲਾ ਲੈਣ ਦੀ ਸਿੱਖਿਆ ਦੇ ਰਿਹਾ ਹੈ ਕਿ ਭਾਵੇਂ ਫੈਸਲਾ ਗਲਤ ਹੋਵੇ ਜਾਂ ਠੀਕ ਹੋਵੇ, ਸਾਨੂੰ ਇਹ ਭਰੋਸਾ ਹੋਣਾ ਚਾਹੀਦਾ ਕਿ ਇਹ ਫੈਸਲਾ ਸਾਡਾ ਸੀ, ਨਾ ਕਿ ਅਸੀਂ ਦੂਸਰਿਆਂ ਨੂੰ ਇਹ ਬਲੇਮ ਕਰਨਾ ਹੈ ਕਿ ਇਹ ਫੈਸਲਾ ਤਾਂ ਤੂੰ ਲਿਆ ਸੀ। ਅਗਲੀ ਕਿਰਿਆ ਸਮੱਸਿਆ ਅਤੇ ਹੱਲ ਭਾਗ ਵਿੱਚੋਂ। ਇਸ ਵਿੱਚ ਅਧਿਆਪਕ ਇੱਕ ਸੱਚੀ ਕਹਾਣੀ ਦੱਸ ਕੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ। ਇਸ ਵਿੱਚ ਅਧਿਆਪਕ ਨੇ ਇੱਕ ਗੌਰਵ ਨਾਂ ਦੇ ਨੌਜਵਾਨ ਮੁੰਡੇ ਦੀ ਕਹਾਣੀ ਦੱਸੀ ਹੈ ਜੋ ਛੋਟੀ ਸਮੱਸਿਆ ਉੱਤੇ ਬੇਚੈਨ ਹੋ ਜਾਂਦਾ ਸੀ, ਉਹਨਾਂ ਨੂੰ ਦੇਖ ਕੇ ਘਬਰਾ ਜਾਂਦਾ ਸੀ, ਫਿਰ ਉਹ ਆਪਣੀ ਸਮੱਸਿਆ ਦਾ ਹੱਲ ਕਰਨ ਲਈ ਆਪਣੀ ਵੱਡੀ ਭੈਣ ਕੋਲ ਜਾਂਦਾ ਸੀ ਅਤੇ ਉਸ ਦੀ ਭੈਣ ਉਸ ਸਮੱਸਿਆ ਨੂੰ ਹੱਲ ਕਰ ਦਿੰਦੀ ਸੀ। ਇਸ ਤਰ੍ਹਾਂ ਹੌਲੇ ਗੌਰਵ ਆਪਣੀ ਭੈਣ ਦੇ ਉੱਪਰ ਡਿਪੈਂਡ ਹੋ ਗਿਆ ਅਤੇ ਉਹ ਹਰ ਨਿੱਕੇ ਤੇ ਵੱਡੇ ਫੈਸਲੇ ਲਈ ਆਪਣੀ ਭੈਣ ਨੂੰ ਬੁਲਾਉਣ ਲੱਗ ਪਿਆ। ਪਰੰਤੂ ਇੱਕ ਵਾਰ ਉਹ ਆਪਣੇ ਦੋਸਤ ਦੇ ਘਰ ਖੇਡਣ ਜਾਂਦਾ ਹੈ, ਜਿੱਥੇ ਅਚਾਨਕ ਉਸ ਤੋਂ ਲੈਪਟਾਪ ਗਿਰ ਜਾਂਦਾ ਹੈ ਅਤੇ ਉਹ ਘਬਰਾ ਜਾਂਦਾ ਹੈ। ਉਹ ਭੱਜਿਆ ਆਪਣੀ ਭੈਣ ਨੂੰ ਲੱਭਦਾ ਹੋਇਆ ਆਉਂਦਾ ਹੈ, ਜਿਸ ਨੂੰ ਵੇਖ ਕੇ ਉਸਦਾ ਪਿਤਾ ਕਾਫੀ ਨਾਰਾਜ਼ ਹੁੰਦਾ ਹੈ, ਕਿਉਂਕਿ ਉਸਦਾ ਪਿਤਾ ਨਹੀਂ ਸੀ ਚਾਹੁੰਦਾ ਕਿ ਉਹ ਆਪਣੀ ਭੈਣ ਦੇ ਉੱਪਰ ਨਿਰਭਰ ਰਹੇ। ਉਹ ਚਾਹੁੰਦੇ ਸਨ ਕਿ ਉਹ ਆਪਣੇ ਫੈਸਲੇ ਆਪ ਲਿਆ ਕਰੇ। ਇਸ ਲਈ ਉਸਦੇ ਪਿਤਾ ਜੀ ਉਸਨੂੰ ਮਨਾ ਕਰ ਦਿੰਦੇ ਹਨ ਕਿ ਤੂੰ ਆਪਣੀ ਭੈਣ ਤੋਂ ਸਲਾਹ ਨਹੀਂ ਲੈਣੀ।
ਉਪਰੋਕਤ ਦੱਸੀ ਕਹਾਣੀ ਦੀ ਵਿਆਖਿਆ ਕਰਨ ਤੋਂ ਬਾਅਦ ਅਧਿਆਪਕ ਵਿਦਿਆਰਥੀਆਂ ਨੂੰ ਸ਼ਮੂਲੀਅਤ ਨਾਲ ਸਮੱਸਿਆ ਦੇ ਅਲੱਗ-ਅਲੱਗ ਕਦਮਾਂ ਦੇ ਤੋਂ ਹੱਲ ਬਾਰੇ ਵਿਚਾਰ ਕਰਨਗੇ। ਭਾਵ ਕਿ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ। ਤਾਂ ਹੇਠਾਂ ਇੱਕ ਚਿੱਤਰ ਰਾਹੀਂ ਅਤੇ ਕੁਝ ਲਾਈਨਾਂ ਰਾਹੀਂ ਦੱਸਿਆ ਗਿਆ ਕਿ ਕਿਸੇ ਵੀ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਚਾਹੀਦਾ। ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਪਹਿਲਾ ਕਦਮ ਸਮੱਸਿਆ ਦੀ ਪਛਾਣ ਕਰੋ ਕਿ ਅਸਲ ਦੇ ਵਿੱਚ ਸਮੱਸਿਆ ਹੈ ਕੀ। ਦੂਸਰਾ ਕਦਮ ਸਮੱਸਿਆ ਨੂੰ ਹੱਲ ਕਰਨ ਲਈ ਵਿਚਾਰ ਕਰੋ ਅਤੇ ਵਿਚਾਰਾਂ ਦੀ ਸੂਚੀ ਬਣਾਓ। ਭਾਵ ਕਿ ਇਸ ਦਾ ਕੀ ਹੱਲ ਲੱਭਿਆ ਜਾ ਸਕਦਾ ਹੈ, ਉਸ ਦੀ ਸੂਚੀ ਤਿਆਰ ਕਰੋ। ਤੀਸਰਾ ਕਦਮ ਉੱਤਮ ਵਿਚਾਰ ਦੀ ਚੋਣ ਕਰੋ, ਫਿਰ ਉਹਨਾਂ ਵਿੱਚੋਂ ਜਿਹੜਾ ਤੁਹਾਨੂੰ ਸਹੀ ਉੱਤਰ ਲੱਗਦਾ ਉਸ ਦੀ ਚੋਣ ਕਰੋ। ਚੌਥਾ ਕਦਮ ਵਿਚਾਰ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਹੱਲ ਕਰਨ ਲਈ ਕਿਸੇ ਨਤੀਜੇ ਤੇ ਪਹੁੰਚੋ, ਯਾਨੀ ਕਿ ਉਹਨਾਂ ਵਿੱਚੋਂ ਤੁਹਾਨੂੰ ਕਿਹੜਾ ਨਤੀਜਾ ਸਹੀ ਲੱਗਦਾ ਉਸ ਤੇ ਪਹੁੰਚੋ। ਪੰਜਵਾਂ ਕਦਮ ਨਤੀਜੇ ਦਾ ਮੁਲਾਂਕਣ ਕਰੋ। ਇਹ ਦੇਖੋ ਕਿ ਜਿਹੜਾ ਤੁਸੀਂ ਨਤੀਜਾ ਕੱਢਿਆ ਕਿ ਉਹ ਠੀਕ ਵੀ ਹੈ, ਉਸ ਦੀ ਪੜਚੋਲ ਕਰੋ, ਉਸ ਦੀ ਪੜਤਾਲ ਕਰੋ, ਫਿਰ ਹੀ ਉਸ ਨੂੰ ਆਪਣਾ ਸਹੀ ਫੈਸਲਾ ਮੰਨੋ। ਫਿਰ ਅੱਗੇ ਡਾਇਗਰਾਮ ਦੁਆਰਾ ਵੀ ਇਹੀ ਚੀਜ਼ ਸਮਝਾਈ ਗਈ ਹੈ, ਤੁਸੀਂ ਦੇਖ ਲੈਣਾ ਹੈ। ਅੱਗੇ ਕੁਝ ਵਿਚਾਰ ਦੱਸੇ ਗਏ ਹਨ ਜੋ ਕਿ ਗੌਰਵ ਕਹਿ ਸਕਦਾ ਸੀ, ਭਾਵ ਕਿ ਆਪਣੇ ਦੋਸਤ ਨੂੰ ਕਹਿ ਸਕਦਾ ਸੀ। ਨੰਬਰ 1, ਜਦੋਂ ਮੈਂ ਲੈਪਟਾਪ ਨੂੰ ਵੇਖਿਆ ਤਾਂ ਸਕਰੀਨ ਪਹਿਲਾਂ ਹੀ ਟੁੱਟੀ ਹੋਈ ਸੀ। ਭਾਵ ਕਿ ਉਹ ਝੂਠ ਬੋਲ ਸਕਦਾ ਸੀ ਕਿ ਜਦੋਂ ਮੇਰੇ ਹੱਥ ਦੇ ਵਿੱਚ ਲੈਪਟਾਪ ਆਇਆ ਤਾਂ ਇਹ ਪਹਿਲਾਂ ਹੀ ਟੁੱਟਿਆ ਹੋਇਆ ਸੀ, ਪਰੰਤੂ ਇਸ ਦੇ ਨਾਲ ਗੌਰਵ ਦੇ ਮਿੱਤਰ ਨੂੰ ਪਤਾ ਲੱਗ ਜਾਣਾ ਸੀ ਕਿ ਉਹ ਝੂਠ ਬੋਲ ਰਿਹਾ ਹੈ ਅਤੇ ਉਹਨਾਂ ਦੀ ਦੋਸਤੀ ਜਿਹੜੀ ਆ ਉਹ ਖਤਮ ਹੋ ਜਾਣੀ ਸੀ। ਇਸ ਲਈ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ, ਝੂਠ ਨਹੀਂ ਬੋਲਣਾ ਚਾਹੀਦਾ ਉਸ ਨੂੰ। ਨੰਬਰ 2, ਮੈਂ ਕਹਿ ਸਕਦਾ ਹਾਂ ਸੀ ਕਿ ਲੈਪਟਾਪ ਤਾਂ ਪਹਿਲਾਂ ਹੀ ਕੰਮ ਨਹੀਂ ਸੀ ਕਰ ਰਿਹਾ। ਇਹ ਵੀ ਕਿਤੇ ਨਾ ਕਿਤੇ ਖਤਰਨਾਕ ਸੀ, ਕਿਉਂਕਿ ਗੌਰਵ ਦੇ ਦੋਸਤ ਨੂੰ ਪਤਾ ਸੀਗਾ ਕਿ ਲੈਪਟਾਪ ਠੀਕ ਸੀ, ਤਾਂ ਇੱਥੇ ਵੀ ਉਸਦੀ ਮਿੱਤਰਤਾ ਖਰਾਬ ਹੋਣ ਦੇ ਚਾਂਸ ਸਨ। ਇਸ ਲਈ ਇਹ ਵੀ ਫੈਸਲਾ ਕੋਈ ਜ਼ਿਆਦਾ ਵਧੀਆ ਨਹੀਂ ਹੈ। ਤੀਸਰੀ ਗੱਲ, ਮੈਂ ਕਹਿ ਸਕਦਾ ਸੀ ਕਿ ਲੈਪਟਾਪ ਮੈਂ ਠੀਕ ਕਰਵਾ ਦਿਆਂਗਾ, ਤਾਂ ਇਹ ਜਵਾਬ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਸਾਡੇ ਤੋਂ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਸਾਨੂੰ ਬੜੀ ਪੋਲਾਈਟਲੀ ਨਿਮਰਤਾ ਦੇ ਨਾਲ ਉਸ ਨੁਕਸਾਨ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਉਸ ਦਾ ਹਰਜਾਨਾ ਭਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਇਸ ਨਾਲ ਸਾਡੀ ਦੋਸਤੀ ਖਰਾਬ ਨਹੀਂ ਹੁੰਦੀ ਅਤੇ ਸਾਡਾ ਫੈਸਲਾ ਵੀ ਸਹੀ ਮੰਨਿਆ ਜਾਂਦਾ ਹੈ। ਇਸ ਲਈ ਝੂਠ ਨਾਲੋਂ ਸੱਚ ਦੇ ਰਸਤੇ 'ਤੇ ਚੱਲਣਾ ਜ਼ਿਆਦਾ ਬੈਟਰ ਹੁੰਦਾ ਹੈ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਤੀਸਰਾ ਫੈਸਲਾ ਜਿਹੜਾ ਬਿਲਕੁਲ ਸਹੀ ਹੈ, ਜੋ ਕਿ ਉਸਨੇ ਬੜੇ ਸ਼ਾਂਤ ਦਿਮਾਗ ਦੇ ਨਾਲ ਸੋਚਿਆ ਸੀ। ਪਹਿਲੀ ਕਿਰਿਆ, ਪਹਿਲੇ ਸਮੂਹ ਦਾ ਇੱਕ ਵਿਦਿਆਰਥੀ ਜਮਾਤ ਦੇ ਸਾਹਮਣੇ ਆ ਕੇ ਬੋਲਦਾ ਹੈ। ਸਮੱਸਿਆ ਨੂੰ ਹੱਲ ਕਰਨ ਲਈ ਮੁਹਾਰਤ ਤੁਹਾਨੂੰ ਆਤਮ ਵਿਸ਼ਵਾਸੀ ਅਤੇ ਸੁਤੰਤਰ ਬਣਾ ਸਕਦੀ ਹੈ। ਹੁਣ ਜੇ ਤੁਹਾਡੇ ਕੋਲ ਅਸਲ ਜ਼ਿੰਦਗੀ ਵਿੱਚ ਸਮੱਸਿਆ ਹੈ ਤਾਂ ਪਹਿਲਾਂ ਸੋਚੋ ਅਤੇ ਕਾਗਜ਼ ਦਾ ਇੱਕ ਪੰਨਾ ਲਵੋ। ਇਸ ਦੇ ਸਾਰੇ ਵਿਕਲਪ ਲਿਖੋ। ਇਮਾਨਦਾਰੀ ਅਤੇ ਨੈਤਿਕ ਤੌਰ 'ਤੇ ਢੁਕਵੇਂ ਹੱਲ ਦੀ ਚੋਣ ਕਰੋ। ਜੇ ਉਹ ਹੱਲ ਸਭ ਤੋਂ ਵਧੀਆ ਹੈ ਤਾਂ ਉਸ ਨੂੰ ਲਾਗੂ ਕਰਨ ਬਾਰੇ ਸੋਚੋ। ਭਾਵ ਕਿ ਸਾਨੂੰ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਉਸ ਸਮੱਸਿਆ ਦੇ ਜਿੰਨੇ ਵੀ ਹੱਲ ਹੋ ਸਕਦੇ ਹਨ, ਜਿਵੇਂ ਕਿ ਉੱਪਰ ਗੌਰਵ ਨੇ 3 ਜਵਾਬ ਲਿਖੇ ਸੀ ਅਤੇ ਉਹਨਾਂ ਦੇ ਵਿੱਚ ਫਿਰ ਚੋਣ ਕੀਤੀ ਸੀ ਕਿ ਕਿਹੜਾ ਜਵਾਬ ਸਹੀ ਹੋਣਾ ਚਾਹੀਦਾ ਹੈ। ਤੁਹਾਨੂੰ ਹਰ ਸਮੱਸਿਆ ਦਾ ਇੱਕ ਪੇਜ ਦੇ ਉੱਪਰ ਉਹਦੇ ਸਾਰੇ ਹੱਲ ਲਿਖ ਲੈਣੇ ਚਾਹੀਦੇ ਹਨ। ਫਿਰ ਸ਼ਾਂਤ ਦਿਮਾਗ ਦੇ ਨਾਲ ਜਿਹੜਾ ਸਭ ਤੋਂ ਵਧੀਆ ਹੋਵੇ ਉਸ ਨੂੰ ਚੁਣ ਲੈਣਾ ਚਾਹੀਦਾ ਹੈ। ਦੂਸਰੀ ਕਿਰਿਆ ਦੇ ਵਿੱਚ ਸਮੱਸਿਆ ਨੂੰ ਹੱਲ ਕਰਨ ਲਈ ਸਮਝਦਾਰੀ ਅਤੇ ਬੁੱਧੀ ਤੋਂ ਕੰਮ ਲੈਣ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਇੱਕ ਵਿਦਿਆਰਥੀ ਜਿਹੜਾ ਹੈ ਇੱਕ ਪ੍ਰਿੰਸੀਪਲ ਦੇ ਬਣ ਕੇ ਆਪਣੇ ਇੱਕ ਸਾਥੀ ਕੋਲ ਜਾਵੇਗਾ ਜੋ ਕਿ ਉਸ ਸਮੇਂ ਡਿਪਟੀ ਕਮਿਸ਼ਨਰ ਦਾ ਰੋਲ ਅਦਾ ਕਰ ਰਿਹਾ ਹੈ ਅਤੇ ਉਸ ਨੂੰ ਉਹ ਸੜਕ ਉੱਤੇ ਸਪੀਡ ਬ੍ਰੇਕਰ ਨਾ ਹੋਣ ਦੀ ਸਮੱਸਿਆ ਦੱਸੇਗਾ। ਫਿਰ ਉਹ ਡਿਪਟੀ ਕਮਿਸ਼ਨਰ ਬਣਿਆ ਦੋਸਤ ਬੜੀ ਸਮਝਦਾਰੀ ਨਾਲ ਉਸ ਦਾ ਹੱਲ ਲੱਭੇਗਾ ਕਿ ਇਸ ਸਮੱਸਿਆ ਦਾ ਕੀ ਹੱਲ ਲੱਭਿਆ ਜਾ ਸਕਦਾ ਹੈ। ਤੀਸਰੀ ਕਿਰਿਆ, ਤੀਸਰੇ ਸਮੂਹ ਦੇ ਵਿਦਿਆਰਥੀਆਂ ਵਿੱਚੋਂ ਕੋਈ ਇੱਕ ਵਿਦਿਆਰਥੀ ਅਧਿਆਪਕ ਦੀ ਅਗਵਾਈ ਵਿੱਚ ਨਾਲ ਦਿੱਤੀ ਤਸਵੀਰ ਬ੍ਰੇਨ ਟੈਸਟ ਦਿਖਾ ਕੇ ਸਮੱਸਿਆ ਨੂੰ ਹੱਲ ਕਰਨ ਲਈ ਚਾਰਾਂ ਸਮੂਹਾਂ ਦਾ ਆਪਸ ਵਿੱਚ ਮੁਕਾਬਲਾ ਕਰਵਾਏਗਾ। ਭਾਵ ਕਿ ਇੱਕ ਤਸਵੀਰ ਦਿਖਾਈ ਜਾਏਗੀ ਅਤੇ ਚਾਰਾਂ ਸਮੂਹਾਂ ਦੇ ਵਿੱਚੋਂ ਇਹ ਦੇਖਿਆ ਜਾਏਗਾ ਕਿ ਕਿਹੜਾ ਸਮੂਹ ਇਸ ਨੂੰ ਸਭ ਤੋਂ ਪਹਿਲਾਂ ਹੱਲ ਕਰੇਗਾ। ਤਾਂ ਦੋਸਤੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ, ਇਹਦੇ ਵਿੱਚ ਪਹਿਲੇ ਭਾਗ ਦੇ 3 ਛੱਲੀਆਂ ਦਿਖਾਈਆਂ ਗਈਆਂ ਹਨ, ਜਿਹਦੇ ਵਿੱਚ ਟੋਟਲ 75 ਦਿੱਤਾ ਹੈ। ਭਾਵ ਕਿ ਇੱਕ ਛੱਲੀ ਦੀ ਕੀਮਤ 25 ਰੁਪਏ ਹੈ, 25 ਤੀਆ 75 ਹੁੰਦਾ ਹੈ। ਦੂਸਰੀ ਲਾਈਨ ਦੇ ਵਿੱਚ ਇੱਕ ਛੱਲੀ ਅਤੇ 2 ਪੌਪਕੌਰਨ ਦਿਖਾਏ ਗਏ ਹਨ। ਛੱਲੀ ਦੀ ਕੀਮਤ ਅਸੀਂ ਪਹਿਲਾਂ ਹੀ ਕੱਢ ਚੁੱਕੇ ਹਾਂ, 25 ਰੁਪਏ ਹੈ ਅਤੇ ਹੁਣ ਟੋਟਲ 65 ਬਣਦਾ। ਇਸ ਦਾ ਮਤਲਬ ਇੱਕ ਪੌਪਕੌਰਨ ਦੀ ਕੀਮਤ 20 ਰੁਪਏ ਹੈ। 20 + 20 + 25 65 ਬਣਦਾ ਹੈ। ਤੀਸਰੀ ਲਾਈਨ ਦੇ ਵਿੱਚ ਇੱਕ ਕਲੌਕ ਦਿੱਤੀ ਗਈ ਹੈ, ਇੱਕ ਪੌਪਕੌਰਨ ਦਿੱਤਾ ਹੈਗਾ ਅਤੇ ਇੱਕ ਛੱਲੀ ਦਿੱਤੀ ਗਈ ਹੈ। ਜਿਹਦੇ ਵਿੱਚ ਛੱਲੀ ਦੀ ਕੀਮਤ ਅਸੀਂ 25 ਰੁਪਏ ਕੱਢ ਚੁੱਕੇ ਹਾਂ, ਪੌਪਕੌਰਨ ਦੀ ਅਸੀਂ 20 ਰੁਪਏ ਕੱਢ ਚੁੱਕੇ ਹਾਂ ਜੀ। ਦੋਨਾਂ ਦਾ ਟੋਟਲ ਬਣ ਜਾਂਦਾ ਹੈ ਜੀ 45। ਇਸ ਕਰਕੇ ਕਲੌਕ ਦੀ ਜਿਹੜੀ ਕੀਮਤ ਹੈ ਜੀ ਉਹ 2 ਰੁਪਏ ਹੋ ਜਾਂਦੀ ਹੈ ਜੀ। ਟੋਟਲ ਬਣ ਗਿਆ 47। ਚੌਥੀ ਦੇ ਵਿੱਚ ਤੁਹਾਨੂੰ ਸਮੱਸਿਆ ਦਿੱਤੀ ਗਈ ਜਿਹੜੀ ਤੁਸੀਂ ਆਪ ਹੱਲ ਕਰਨੀ ਹੈ। ਇਸ ਵਿੱਚ ਪਹਿਲਾਂ 3 ਛੱਲੀਆਂ ਦਿੱਤੀਆਂ ਗਈਆਂ ਨੇ। ਅਸੀਂ 25 ਰੁਪਏ ਇੱਕ ਛੱਲੀ ਦੀ ਕੀਮਤ ਕੱਢੀ ਸੀ, 3 ਛੱਲੀਆਂ ਦੀ ਕੀਮਤ 75 ਰੁਪਏ ਹੋ ਗਈ ਜੀ। ਇੱਕ ਪੌਪਕੌਰਨ ਦੀ ਕੀਮਤ 2 ਰੁਪਏ ਸੀ ਤਾਂ 2 ਪੌਪਕੌਰਨਾਂ ਦੀ ਕੀਮਤ 40 ਰੁਪਏ ਹੋ ਗਈ ਜੀ। ਕਲੌਕ ਦੀ ਕੀਮਤ ਅਸੀਂ 2 ਰੁਪਏ ਕੱਢੀ ਸੀ ਜੀ। 75, 40 ਦੇ 2 ਨੂੰ ਪਲੱਸ ਕਰਨ ਉੱਤੇ ਤੁਹਾਡਾ 117 ਜਵਾਬ ਆ ਜਾਵੇਗਾ। ਤਾਂ ਦੋਸਤੋ ਮੈਨੂੰ ਉਮੀਦ ਹੈ ਤੀਸਰੀ ਕਿਰਿਆ ਤੁਸੀਂ ਸਮਝ ਲਈ ਹੋਵੇਗੀ। ਚੌਥੀ ਕਿਰਿਆ ਦੇ ਵਿੱਚ ਤੁਹਾਨੂੰ ਸਾਹਮਣੇ ਇੱਕ ਵਰਗ ਦਿਖਾ ਕੇ ਇਹ ਪੁੱਛਿਆ ਗਿਆ ਹੈ ਕਿ ਇਸ ਵਿੱਚ ਕੁੱਲ ਕਿੰਨੇ ਵਰਗ ਹਨ। ਤਾਂ ਦੋਸਤੋ ਇਹ ਤੁਸੀਂ ਆਪਣੀ ਸਮਝ ਨਾਲ ਹੱਲ ਕਰਨਾ ਹੈ ਅਤੇ ਇਸ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ। ਜੇਕਰ ਤੁਹਾਨੂੰ ਨਹੀਂ ਜਵਾਬ ਆਇਆ ਤਾਂ ਮੈਂ ਤੁਹਾਨੂੰ ਇਸ ਦਾ ਹੱਲ ਦੱਸਾਂਗਾ, ਪਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਕੋਈ ਨਾ ਕੋਈ ਰਿਸਪੌਂਸ ਜ਼ਰੂਰ ਦੇਣਾ ਹੈ। ਤੁਹਾਡੀ ਸੁਵਿਧਾ ਲਈ ਮੈਂ ਇੱਥੇ 4 ਆਪਸ਼ਨਾਂ ਬਣਾ ਦਿੱਤੀਆਂ ਹਨ। ਆਪਸ਼ਨ A 25, ਆਪਸ਼ਨ B 16, ਆਪਸ਼ਨ C 8, ਆਪਸ਼ਨ C 17। ਤਾਂ ਤੁਸੀਂ ਇਸ ਵਿੱਚ ਸਹੀ ਜਵਾਬ ਦੀ ਪਛਾਣ ਕਰਨੀ ਹੈ ਅਤੇ ਕਮੈਂਟ ਬਾਕਸ ਦੇ ਵਿੱਚ ਜਵਾਬ ਦੇ ਦੇਣਾ ਹੈ। ਮੈਨੂੰ ਉਮੀਦ ਹੈ ਤੁਸੀਂ ਸਾਰੇ ਜਵਾਬ ਜ਼ਰੂਰ ਦਿਓਗੇ। ਪ੍ਰਸ਼ਨ ਨੰਬਰ 1, ਕੀ ਸਮੱਸਿਆ ਮਨੋਵਿਗਿਆਨ ਵਿੱਚ ਇੱਕ ਮਾਨਸਿਕ ਪ੍ਰਕਿਰਿਆ ਨਹੀਂ ਹੈ? ਤਾਂ ਤੁਸੀਂ ਹਾਂ ਜਾਂ ਨਾ ਕਹਿਣਾ ਹੈ। ਤਾਂ ਇਸ ਦਾ ਜਵਾਬ ਨਾ ਆਏਗਾ, ਕਿਉਂਕਿ ਸਮੱਸਿਆ ਮਨੋਵਿਗਿਆਨ ਵਿੱਚ ਇੱਕ ਮਾਨਸਿਕ ਪ੍ਰਕਿਰਿਆ ਹੈ। ਇਸ ਨੇ ਇੱਥੇ ਨਹੀਂ ਲਿਖ ਦਿੱਤਾ ਹੈ, ਜਿਸ ਕਰਕੇ ਅਸੀਂ ਇਸ ਦਾ ਜਵਾਬ ਨਾ ਲਿਖਾਂਗੇ। ਇਹ ਕੁਐਸਚਨ ਗਲਤ ਹੋ ਗਿਆ ਹੈ। ਪ੍ਰਸ਼ਨ ਨੰਬਰ 2, ਕੀ ਹਰੇਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ? ਹਾਂ, ਹਰੇਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਜ਼ਰੂਰਤ ਹੁੰਦੀ ਹੈ ਕਿ ਸਾਨੂੰ ਸ਼ਾਂਤ ਦਿਮਾਗ ਨਾਲ ਉਸ ਸਮੱਸਿਆ ਬਾਰੇ ਸੋਚਣਾ ਅਤੇ ਉਸ ਦਾ ਜਵਾਬ ਲੱਭਣਾ। ਪ੍ਰਸ਼ਨ ਨੰਬਰ 3, ਕੀ ਸਮੱਸਿਆ ਨੂੰ ਸਬਰ ਅਤੇ ਬੁੱਧੀ ਨਾਲ ਨਜਿੱਠਣਾ ਚਾਹੀਦਾ ਹੈ? ਹਾਂ, ਸਾਨੂੰ ਹਰੇਕ ਸਮੱਸਿਆ ਨੂੰ ਸਬਰ ਅਤੇ ਬੁੱਧੀ ਨਾਲ ਹੀ ਨਜਿੱਠਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 4, ਹੇਠ ਲਿਖੇ ਔਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖੋ।
ਨੰਬਰ 1 ਸਬਰ। ਸਬਰ ਦਾ ਸਮਾਨਾਰਥਕ ਸ਼ਬਦ ਬਣਦਾ ਜੀ ਸੰਤੋਖ ਜਾਂ ਲਾਲਚ ਤੋਂ ਰਹਿਤ। ਨਜਿੱਠਣਾ ਭਾਵ ਨਿਬੇੜਨਾ ਜਾਂ ਹੱਲ ਕਰਨਾ। ਠਰਮਾ ਸ਼ਾਂਤ ਚਿੱਤ ਹੋ ਕੇ ਸੋਚਣਾ ਭਾਵ ਕਿ ਬਿਨਾਂ ਕਿਸੇ ਟੈਨਸ਼ਨ ਤੋਂ ਆਰਾਮ ਨਾਲ ਸੋਚਣਾ। ਬੇਚੈਨ ਹੋਣਾ ਵਿਆਕੁਲ ਹੋ ਜਾਣਾ ਜਾਂ ਚਿੰਤਿਤ ਹੋ ਜਾਣਾ। ਹਵੇਲੀ ਡੰਗਰਾਂ ਦਾ ਵਾੜਾ ਭਾਵ ਕਿ ਖੁੱਲੀ ਥਾਂ ਜਿੱਥੇ ਅਸੀਂ ਆਪਣੇ ਡੰਗਰ ਬੱਚੇ ਰੱਖਦੇ ਹਾਂ ਉਸ ਨੂੰ ਹਵੇਲੀ ਕਹਿ ਦਿੱਤਾ ਜਾਂਦਾ ਹੈ। ਪਿਓਰ ਪੰਜਾਬੀ ਦਾ ਵਰਡ ਹੈ ਇਹ। ਹਿੰਦੀ ਵਿੱਚ ਇਸ ਦਾ ਅਰਥ ਹੋਰ ਹੋ ਸਕਦਾ ਹੈ, ਇੱਥੇ ਕਨਫਿਊਜ਼ ਨਹੀਂ ਹੋਣਾ। ਪ੍ਰਸ਼ਨ ਨੰਬਰ 5 ਮੁਸ਼ਕਲ ਕੀ ਹੁੰਦੀ ਹੈ, ਇਸ ਦਾ ਹੱਲ ਕਿਵੇਂ ਲੱਭਿਆ ਜਾ ਸਕਦਾ ਹੈ। ਇਸ ਦਾ ਉੱਤਰ ਮੈਂ ਥੱਲੇ ਲਿਖਿਆ ਹੋਇਆ ਜੀ। ਜਦੋਂ ਸਾਡੇ ਸਾਹਮਣੇ ਕੋਈ ਗੁੰਝਲ ਰੁਕਾਵਟ ਜਾਂ ਸਮੱਸਿਆ ਆ ਜਾਂਦੀ ਹੈ ਤਾਂ ਉਸ ਨੂੰ ਹੀ ਮੁਸ਼ਕਲ ਕਹਿ ਦਿੱਤਾ ਜਾਂਦਾ ਹੈ। ਸਾਨੂੰ ਸ਼ਾਂਤ ਚਿੱਤ ਹੋ ਕੇ ਭਾਵ ਠਰਮੇ ਨਾਲ ਸਮੱਸਿਆ ਦੀ ਪਹਿਚਾਣ ਕਰਨ ਤੋਂ ਬਾਅਦ ਉਸ ਦਾ ਹੱਲ ਹੇਠ ਲਿਖੇ 5 ਕਦਮਾਂ ਰਾਹੀਂ ਕਰਨਾ ਚਾਹੀਦਾ ਹੈ। ਭਾਵ ਕਿ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ 5 ਸਟੈਪ ਅਪਣਾਉਣੇ ਚਾਹੀਦੇ ਹਨ। ਨੰਬਰ 1 ਸਮੱਸਿਆ ਦੀ ਪਹਿਚਾਣ ਕਰੋ। ਨੰਬਰ 2 ਸਮੱਸਿਆ ਨੂੰ ਹੱਲ ਕਰਨ ਲਈ ਵਿਚਾਰ ਕਰੋ ਅਤੇ ਵਿਚਾਰਾਂ ਦੀ ਸੂਚੀ ਬਣਾਓ। ਨੰਬਰ 3 ਉੱਤਮ ਵਿਚਾਰ ਦੀ ਚੋਣ ਕਰੋ। ਨੰਬਰ 4 ਵਿਚਾਰ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਹੱਲ ਲਈ ਕਿਸੇ ਨਤੀਜੇ ਤੇ ਪਹੁੰਚੋ। ਨੰਬਰ 5 ਨਤੀਜੇ ਦਾ ਮੁਲਾਂਕਣ ਕਰੋ। ਤਾਂ ਇਸ ਤਰ੍ਹਾਂ ਤੁਸੀਂ 5 ਦੇ 5 ਸਟੈਪ ਸਮਝ ਗਏ ਹੋਵੋਗੇ। ਤਾਂ ਦੋਸਤੋ ਮੈਨੂੰ ਉਮੀਦ ਹੈ ਤੁਸੀਂ ਸਾਰਾ ਪਾਠ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਦੋਸਤੋ।